ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣੀ ਚੈਨਲ ਪੰਜਾਬੀ ਦੇਖ ਰਹੇ ਹੋ। ਖਬਰਾਂ ਟਾਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਗੱਲਬਾਤ ਕਰਾਂਗੇ ਕਿ ਇੱਕ ਤਾਂ ਕੇਂਦਰ ਸਰਕਾਰ ਨੇ ਜਿਹੜੀ ਚਿੱਠੀ ਲਿਖੀ ਸੀ ਬੰਧੂਆ ਮਜ਼ਦੂਰਾਂ ਨੂੰ ਲੈ ਕੇ, ਉਹਦੇ ਉੱਤੇ ਹੁਣ ਸਫਾਈ ਦਿੱਤੀ ਜਾ ਰਹੀ ਹੈ। ਕੀ ਕਹਿਣਾ ਕੇਂਦਰ ਦਾ, ਤੇ ਇਹਨੂੰ ਲੈ ਕੇ ਬੀਐਸਐਫ ਤੇ ਪੰਜਾਬ ਪੁਲਿਸ ਦੀਆਂ ਰਿਪੋਰਟਾਂ ਵੀ ਲਗਾਤਾਰ ਉਹਦੇ ਉੱਤੇ ਵੀ ਛਾਣਬੀਣ ਚੱਲ ਰਹੀ ਹੈ। ਉਹਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਦੂਜਾ ਇਹ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੀ ਅਦਾਇਗੀ ਦੇ ਮਸਲੇ ਉੱਤੇ ਚਿੱਠੀ ਲਿਖੀ ਹੈ। ਇਸ ਚਿੱਠੀ ਦੇ ਕੀ ਮਾਇਨੇ ਨੇ? ਇਸ ਤੋਂ ਇਲਾਵਾ ਸਿਰਸਾ ਦੇ ਵਿੱਚ ਕਿਸਾਨਾਂ ਨੇ ਇੱਕ ਚੌਂਕ ਦਾ ਨਾਮ ਕਿਸਾਨ ਚੌਂਕ ਰੱਖ ਦਿੱਤਾ। ਉਹ ਕਹਿੰਦੇ ਹੁਣ ਤੱਕ ਕੋਈ ਵੀ ਚੌਂਕ ਜਿਹੜਾ ਸ਼ਹਿਰ ਦੇ ਵਿੱਚ ਬੜੇ ਚੌਂਕ ਨੇ ਜਾਂ ਦੇਸ਼ ਵਿੱਚ ਬੜੇ ਚੌਂਕ ਨੇ, ਕਿਸਾਨਾਂ ਦੇ ਨਾਮ ਤੇ ਕੋਈ ਚੌਂਕ ਨਹੀਂ ਹੈ, ਤੇ ਇਸ ਕਰਕੇ ਅਸੀਂ ਇਸ ਦਾ ਨਾਮ ਕਿਸਾਨ ਚੌਂਕ ਰੱਖ ਰਹੇ ਹਾਂ। ਤੇ ਜੇ ਕੋਈ ਇੱਥੇ ਛੇੜਖਾਨੀ ਕਰੇਗਾ ਉਹਦਾ ਅੰਜਾਮ ਉਹ ਆਪ ਭੁਗਤੇਗਾ। ਇਸ ਨੂੰ ਹਟਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਸਿੱਖ ਹਿਤੈਸ਼ੀ ਕਹਾਉਣ ਦੇ ਲਈ ਬੀਜੇਪੀ ਲਗਾਤਾਰ ਹੱਥ ਪੈਰ ਮਾਰ ਰਹੀ ਹੈ। ਜਦੋਂ ਦਾ ਅੰਦੋਲਨ ਚੱਲਿਆ ਉਸ ਤੋਂ ਬਾਅਦ ਜਿਹੋ ਜਿਹੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ, ਹੁਣ ਇੱਕ ਨਵੀਂ ਖਬਰ ਹੈ ਕਿ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਚਾਂਦਨੀ ਚੌਕ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਬੁੱਤ ਲਗਾਇਆ ਜਾ ਰਿਹਾ। ਇਹਨੂੰ ਲੈ ਕੇ ਵੀ ਬੜੇ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਨੇ ਸ਼ਾਇਦ ਉਸ ਥਾਂ ਦਾ ਜਿਹੜਾ ਉਹ ਉਦਘਾਟਨ ਕਰਨਾ 1 ਤਰੀਕ ਨੂੰ, 1 ਮਈ ਨੂੰ। ਉਹਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਰੋਧ ਦਰਜ ਕੀਤਾ ਗਿਆ। ਸਿੱਖ ਜਗਤ ਦੇ ਵਿੱਚ ਕਿਸ ਤਰ੍ਹਾਂ ਦੀ ਲਹਿਰ ਹੈ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਹੋਰ ਵੀ ਖਬਰਾਂ ਹੋਣਗੀਆਂ। ਜਿਵੇਂ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਇੱਥੇ ਅਕਾਲੀ ਦਲ ਵੱਲੋਂ ਲਗਾਤਾਰ ਤਾਬੜਤੋੜ ਰੈਲੀਆਂ ਕੀਤੀਆਂ ਜਾ ਰਹੀਆਂ। ਹਰ ਰੈਲੀ ਦੇ ਵਿੱਚ ਇੱਕ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਜਾਂਦਾ। ਮੇਰੇ ਨਾਲ ਗੱਲਬਾਤ ਕਰਨ ਲਈ ਪਰਮਿੰਦਰ ਸਿੰਘ ਰਾਏਪੁਰ ਜੀ, ਤੁਹਾਡਾ ਸਵਾਗਤ ਹੈ ਲੋਕਰਾਣੀ ਚੈਨਲ ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਸੁਖਵਿੰਦਰ ਸਿੰਘ ਤੁਹਾਡਾ ਵੀ। ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ, ਕਿੱਦਾਂ ਦੇਖਦੇ ਹੋ ਕਿ ਕੇਂਦਰ ਸਰਕਾਰ ਨੇ ਆਪਣੀ ਚਿੱਠੀ ਤੇ ਸਫਾਈ ਦਿੱਤੀ? ਉਹ ਚਿੱਠੀ ਜਿਹੜੀ ਬੰਧੂਆ ਮਜ਼ਦੂਰਾਂ ਨੂੰ ਲੈ ਕੇ ਆਈ, ਸਾਰਾ ਦਿਨ ਕੱਲ ਮੀਡੀਆ ਦੇ ਵਿੱਚ ਰੌਲਾ ਰੱਪਾ ਪੈਂਦਾ ਰਿਹਾ। ਜੀ ਬਿਲਕੁਲ ਸੁਖਵਿੰਦਰ, ਬੰਧੂਆ ਮਜ਼ਦੂਰਾਂ ਬਾਰੇ ਜਿਹੜਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੱਤਰ ਕੱਢਿਆ ਸੀਗਾ, ਉਹਦੇ ਨਾਲ ਚਰਚਾ ਇੱਕਦਮ ਗਰਮ ਚਰਚਾ ਕਹਿ ਲਓ ਜਾਂ ਸਿਆਸਤ ਕਹਿ ਲਓ, ਇੱਕਦਮ ਚਮਕ ਗਈ ਸੀ। ਚਾਰੇ ਪਾਸੇ ਉਹਨਾਂ ਦਾ ਆਪਸੀ ਜਿਹੜਾ ਹੱਲਾ ਬੋਲ ਹੁੰਦਾ ਹੈ ਉਹ ਹੋ ਗਿਆ ਸੀਗਾ। ਸਾਰੇ ਸਿਆਸੀ ਦਲ ਇੱਕਦਮ ਮੰਚ ਤੇ ਆ ਗਏ ਸੀਗੇ, ਬੋਲ ਰਹੇ ਸੀਗੇ, ਬਿਆਨਬਾਜ਼ੀ ਹੋਣ ਲੱਗ ਗਈ ਸੀਗੀ, ਗਰਮਾ ਗਿਆ ਸੀ ਸਿਆਸੀ ਮਾਹੌਲ ਸਾਰਾ। ਸੋ ਹੁਣ ਜਿਹੜਾ ਦੇਖਿਆ ਜਾਵੇ ਤਾਂ ਬੀਐਸਐਫ ਔਰ ਜਿਹੜਾ ਕੇਂਦਰੀ ਗ੍ਰਹਿ ਮੰਤਰਾਲਾ ਉਹ ਬੈਕਫੁੱਟ ਤੇ ਨਜ਼ਰ ਆ ਰਿਹਾ ਹੈ, ਪੈਰ ਪਿਛਾਂਹ ਖਿੱਚ ਰਿਹਾ। ਉਹ ਬੋਲਦਾ ਹੁਣ ਕੇਂਦਰ ਵੱਲੋਂ ਵੀ ਜਿਹੜਾ ਚਿੱਠੀ ਸੀ ਉਹਨੂੰ ਕਿਹਾ ਗਿਆ ਕਿ ਚਿੱਠੀ ਦੇ ਵਿੱਚ ਜੋ ਲਿਖਿਆ ਗਿਆ ਸੀ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਕਿਸੇ ਇੱਕ ਸੂਬੇ ਨੂੰ ਜਿਹੜੀ ਆਹ ਗੱਲ ਨਹੀਂ ਕਹੀ ਗਈ ਕਿ ਇਹ ਸੂਬਾ ਖਾਸ ਤੌਰ ਤੇ ਵੀ ਪੰਜਾਬ ਦਾ, ਉੱਥੋਂ ਦੇ ਕਿਸਾਨ ਹੀ ਨੇ ਜਿਹੜੇ ਉਹੀ ਇਹ ਗੱਲ ਕਰਦੇ ਨੇ, ਬੰਧੂਆ ਮਜ਼ਦੂਰ ਬਣਾਉਂਦੇ ਨੇ। ਉਹ ਕਹਿੰਦੇ ਵੀ ਇੱਕ ਰੂਟੀਨ ਪੱਤਰ ਸੀਗਾ, ਕਾਫੀ ਜਿਹੜੀਆਂ ਸ਼ਿਕਾਇਤਾਂ ਕਹਿ ਲਓ ਜਾਂ ਗੱਲਾਂ ਕਹਿ ਲਓ ਏਦਾਂ ਦੀਆਂ ਮੰਤਰਾਲੇ ਕੋਲ ਪਹੁੰਚਦੀਆਂ ਸੀ। ਕੇਂਦਰੀ ਗ੍ਰਹਿ ਮਹਿਕਮਾ ਜਿਹੜਾ ਹੈਗਾ, ਵਿਭਾਗ ਹੈ, ਉਹਦੇ ਵਿੱਚ ਇਹ ਸੀ ਕਿ ਦੇਸ਼ ਭਰ ਦੇ ਵਿੱਚ ਕੁਛ ਜਿਹੜਾ ਇਹ ਪੱਤਰ 'ਚ ਲਿਖਿਆ ਗਿਆ ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਉਹਦੇ ਵਿੱਚ ਉਹ ਦੱਸਦਾ, ਕੇਂਦਰੀ ਗ੍ਰਹਿ ਮੰਤਰਾਲਾ ਦੱਸ ਰਿਹਾ ਹੁਣ ਕਿ ਪੱਤਰ 'ਚ ਏਦਾਂ ਲਿਖਿਆ ਗਿਆ ਸੀ ਕਿ ਬਹੁਤ ਸਾਰੇ ਲੋਕਾਂ ਵੱਲੋਂ ਏਦਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸੀਗੀਆਂ ਦੇਸ਼ ਭਰ ਚੋਂ ਕਿ ਕੁਛ ਬੇਸ਼ਰਮ ਸ਼ਬਦ ਵਰਤਿਆ ਗਿਆ, ਬੇਸ਼ਰਮ ਇਨਸਾਨ, ਵਿਅਕਤੀ ਕਹਿ ਲਓ, ਉਹ ਸੀਗੇ ਜਿਹੜੇ ਮਨੁੱਖੀ ਤਸਕਰੀ ਕਰਦੇ ਨੇ ਔਰ ਵੱਧ ਤਨਖਾਹ ਦਾ ਲਾਲਚ ਦੇ ਕੇ ਦੂਜੇ ਸੂਬਿਆਂ ਦੇ ਵਿੱਚ ਬੰਦਿਆਂ ਨੂੰ ਸ਼ਿਫਟ ਕਰਦੇ ਨੇ। ਉੱਥੇ ਉਹਨਾਂ ਨੂੰ ਬੰਧੂਆ ਮਜ਼ਦੂਰਾਂ ਵਾਂਗੂ ਰੱਖਿਆ ਜਾਂਦਾ ਹੈ ਔਰ ਉਹਨਾਂ ਤੋਂ ਗੈਰ ਮਨੁੱਖੀ ਕੰਮ ਕਰਵਾਏ ਜਾਂਦੇ ਨੇ। ਸੋ ਉਹਦੇ ਬਿਹਾਫ ਤੇ ਹੀ ਲਿਖਿਆ ਗਿਆ ਸੀਗਾ। ਤੇ ਉਹਦੇ ਵਿੱਚ ਕਹਿੰਦੇ ਵੀ ਜਿਹੜੀ ਚਿੱਠੀ ਹੈ ਉਹ ਮੀਡੀਆ ਦੇ ਵਿੱਚ ਜਾਂ ਕਹਿ ਲਓ ਕਿ ਕਿਸਾਨੀ ਅੰਦੋਲਨ ਨਾਲ ਜੋੜ ਕੇ ਔਰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਇਹ ਰੂਟੀਨ ਦਾ ਪੱਤਰ ਸੀਗਾ। ਦੂਜੇ ਪਾਸੇ ਬੀਐਸਐਫ ਵੀ ਇਸ ਗੱਲ ਤੋਂ ਕਹਿ ਲਓ ਕਿ ਪੱਲਾ ਝਾੜਦੀ ਉਹ ਨਜ਼ਰ ਆ ਰਹੀ ਹੈ ਕਿ ਏਦਾਂ ਦਾ ਕੋਈ ਪੱਤਰ ਜਾਂ ਕੋਈ ਏਦਾਂ ਦੀ ਜਾਣਕਾਰੀ ਪੰਜਾਬ ਪੁਲਿਸ ਨੂੰ ਦਿੱਤੀ ਗਈ ਹੋਵੇ ਜਿੱਥੇ ਲਿਖਿਆ ਗਿਆ ਹੋਵੇ ਵੀ ਪੰਜਾਬ ਦੇ ਸਰਹੱਦੀ ਖੇਤਰ ਦੇ ਇਲਾਕੇ ਦੇ ਲੋਕਾਂ ਨੇ, ਕਿਸਾਨਾਂ ਨੇ ਜਿਹੜਾ ਹੈਗਾ ਉਹ ਬੰਧੂਆ ਮਜ਼ਦੂਰ ਬਣਾਏ ਹੋਏ ਸੀਗੇ, ਬਿਹਾਰ ਤੋਂ ਆਏ ਹੋਏ ਬੰਦੇ। ਇਹ ਗੱਲ ਉਹਨਾਂ ਨੇ ਜ਼ਰੂਰ ਉਹਦੇ ਚ ਪੱਤਰ ਚ ਵੀ ਜਿਹੜੀ ਕੇਂਦਰ ਤੋਂ ਪੱਤਰ ਆਇਆ ਉਹਦੇ ਵਿੱਚ ਵੀ ਲਿਖੀ ਗਈ ਹੈ ਕਿ 58 ਜਿਹੜੇ ਬਿਹਾਰ ਤੋਂ ਜਾਂ ਉੱਤਰ ਪ੍ਰਦੇਸ਼ ਤੋਂ ਆਏ ਹੋਏ ਵਿਅਕਤੀ ਏਦਾਂ ਦੇ ਮਿਲੇ ਸੀਗੇ ਸਮੇਂ-ਸਮੇਂ ਤੇ ਬੀਐਸਐਫ ਨੂੰ, ਜਿਨ੍ਹਾਂ ਤੋਂ ਲੱਗਦਾ ਸੀਗਾ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਇਹਨਾਂ ਤੇ ਅਣਮਨੁੱਖੀ ਤਸ਼ੱਦਦ ਹੋਇਆ ਜਾਂ ਕਹਿ ਲਓ ਨਸ਼ਾ ਦੇ ਕੇ ਕੰਮ ਕਰਾਇਆ ਗਿਆ ਕੋਈ। ਪਰ ਉਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਉਹ ਪੰਜਾਬ ਦੇ ਕਿਸਾਨਾਂ ਨੇ ਹੀ ਕਰਵਾਇਆ ਜਾਂ ਕਿਵੇਂ ਹੋਇਆ, ਕੋਈ ਗੱਲ ਖਾਸ ਸਾਹਮਣੇ ਨਹੀਂ ਆਈ। ਜਾਣੀ ਕਿ ਹੁਣ ਗੋਲ ਮੋਲ ਕਰਕੇ ਪੱਲਾ ਝਾੜਨ ਦੀ ਗੱਲ ਕੀਤੀ ਗਈ ਆ।
ਪਹਿਲਾਂ ਜਿਹੜਾ ਜੇ ਸਟੈਪ ਇੱਥੋਂ ਦੇ ਲੋਕਾਂ ਦਾ ਜਾਂ ਆਪਾਂ ਕਹਿ ਸਕਦੇ ਹਾਂ ਕਿਸਾਨਾਂ ਦਾ ਵਿਰੋਧ ਇਹ ਨਾ ਕਰਦੇ ਇਸ ਲੈਟਰ ਦਾ, ਤਾਂ ਇਹਦਾ ਮਾਇਨੇ ਹੋਰ ਕੱਢਣੇ ਸੀ, ਅੱਗੇ ਜਾ ਕੇ ਹੋਰ ਮਾਇਨੇ ਨਿਕਲ ਜਾਣੇ ਸੀਗੇ। ਸੋ ਹੁਣ ਇੱਕਦਮ ਬੈਕਫੁੱਟ ਤੇ ਆਏ ਆ, ਤਾਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੀ ਹੈ ਪੰਜਾਬ ਦੇ ਜਿਹੜੇ ਸਰਹੱਦੀ ਖੇਤਰ ਦੇ ਇਲਾਕੇ ਦੇ ਕਿਸਾਨ ਨੇ ਉਹਨਾਂ ਨੂੰ, ਕਿਉਂਕਿ ਉਹਨਾਂ ਦਾ ਨਾਮ ਬਦਨਾਮ ਹੋ ਰਿਹਾ ਸੀਗਾ ਹੁਣ। ਤੇ ਉੱਥੋਂ ਮਜ਼ਦੂਰਾਂ ਨੂੰ ਜਾਂ ਜਿਹੜੇ ਬਾਹਰੋਂ ਮਜ਼ਦੂਰੀ ਕਰਨ ਆਉਂਦੇ ਨੇ ਉਹਨਾਂ ਦੇ ਵਿੱਚ, ਜਾਂ ਉੱਥੋਂ ਦੇ ਲੋਕਾਂ ਦੇ ਵਿੱਚ, ਕਿਉਂਕਿ ਦੂਜੇ ਦੇ ਸਟੇਟਾਂ ਦੇ ਵਿੱਚ ਵੀ ਤਾਂ ਪੰਜਾਬੀ ਵਸ ਰਹੇ ਨੇ, ਉਹ ਵੀ ਉੱਥੇ ਕੰਮਾਂ ਕਾਰਾਂ 'ਚ ਲੱਗੇ ਹੋਏ ਨੇ, ਤੇ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਜੇ ਪੰਜਾਬ ਦੀ ਵਿੱਚੋਂ ਏਦਾਂ ਦੀ ਕੋਈ ਖਬਰ ਜਾਵੇ, ਖਾਸ ਕਰਕੇ ਵੀ ਹਾਂ ਫਲਾਣੇ ਸੂਬੇ ਦੇ ਵਿੱਚ, ਪੰਜਾਬ ਦੇ ਵਿੱਚ, ਜਾਣੀ ਕਿ ਫਲਾਣੇ ਸੂਬੇ ਦੇ ਬੰਦਿਆਂ ਦੇ ਉੱਤੇ ਤਸ਼ੱਦਦ ਹੋ ਰਿਹਾ ਹੈ, ਜਾਂ ਉਹਨਾਂ ਨੂੰ ਨਸ਼ਾ ਦੇ ਕੇ ਅਣਮਨੁੱਖੀ ਕੰਮ ਕਰਵਾਏ ਜਾ ਰਹੇ ਆ, ਜਾਂ ਵੱਧ ਕੰਮ ਕਰਾਏ ਜਾ ਰਹੇ ਆ, ਜਾਂ ਵਧੂਆ ਮਜ਼ਦੂਰ ਰੱਖਿਆ ਜਾ ਰਿਹਾ, ਤਾਂ ਉੱਥੋਂ ਦੇ ਲੋਕ ਜਿਹੜੇ ਭੜਕ ਸਕਦੇ ਆ, ਉਹ ਪੰਜਾਬੀਆਂ ਤੇ ਹਮਲਾ ਕਰ ਸਕਦੇ ਆ, ਪੰਜਾਬੀਆਂ ਨੂੰ ਮੰਦਾ ਚੰਗਾ ਬੋਲ ਸਕਦਾ, ਜਾਂ ਉਹਨਾਂ ਤੋਂ ਕੰਮ ਖੋਹ ਸਕਦਾ, ਜਾਂ ਉਹਨਾਂ ਦੇ ਕੰਮ ਨਾ ਆ ਸਕਦੇ, ਉਹਨਾਂ ਨੂੰ ਨੁਕਸਾਨ ਕਿਸੇ ਤਰ੍ਹਾਂ ਦਾ ਕਰ ਸਕਦੇ ਆ। ਸੋ ਉਹਦੇ ਤੋਂ ਕਿਤੇ ਨਾ ਕਿਤੇ ਇਹ ਪੱਤਰ ਨਾਲ ਜਿਹੜੀ ਰਾਹਤ ਹੋਈ ਹੈ, ਪਰ ਮੀਡੀਆ ਦੇ ਵਿੱਚ ਜਿੱਦਾਂ ਦੀਆਂ ਗੱਲਾਂ ਆਈਆਂ ਸੀਗੀਆਂ, ਉਹਨੂੰ ਕੇਂਦਰੀ ਮੰਤਰਾਲੇ ਨੇ ਖੰਡਨ ਕੀਤਾ ਉਸ ਚੀਜ਼ ਦਾ, ਕਿ ਇਹ ਜਿਹੜਾ ਪੱਤਰ ਹੈ ਮੀਡੀਆ ਦੇ ਵਿੱਚ ਆਇਆ, ਇਹਨੂੰ ਗੁੰਮਰਾਹਕੁੰਨ ਹੈ, ਇਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ਜੀ। ਬਿਲਕੁਲ। ਅੱਛਾ, ਅਗਲੀ ਖਬਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਹੈ, ਸਿੱਧੀ ਅਦਾਇਗੀ ਦਾ ਮਸਲਾ, ਇਹਨੂੰ ਕਿੱਦਾਂ ਦੇਖਦੇ ਹੋ? ਕੇਂਦਰੀ ਜਿਹੜਾ ਕੇਂਦਰ ਹੈਗਾ, ਕੇਂਦਰੀ ਸਰਕਾਰ ਹੈ ਜਿਹੜੀ, ਉਹਨਾਂ ਫੈਸਲਾ ਕੀਤਾ ਸੀਗਾ ਇਹ ਕਿ ਸਿੱਧੀ ਅਦਾਇਗੀ ਹੋਵੇ, ਤੇ ਹਾਲਾਂਕਿ ਪੰਜਾਬ ਨੇ ਇਹਨਾਂ ਵਿੱਚ ਆਪਣਾ ਪੱਖ ਰੱਖਤਾ ਸੀਗਾ ਕਿ ਇਸ ਸਿੱਧੀ ਅਦਾਇਗੀ ਦੇ ਪੱਖ ਵਿੱਚ ਹੈ ਨਹੀਂ ਪੰਜਾਬ ਸਰਕਾਰ। ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਦੁਬਾਰਾ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ, ਉਹਦੇ ਵਿੱਚ ਉਹਨਾਂ ਨੇ ਇੱਕ ਤਾਂ ਇਹ ਗੱਲ ਕੀਤੀ ਹੈ ਕਿ ਜਿਹੜੀ ਆਪਸੀ ਸਹਿਮਤੀ, ਜਾਣੀ ਕਿ ਕਿਸਾਨਾਂ ਦੀ ਔਰ ਆੜ੍ਹਤੀਆਂ ਦੀ ਜਦੋਂ ਤੱਕ ਨਹੀਂ ਬਣਦੀ, ਉਦੋਂ ਤੱਕ ਪੁਰਾਣੀ ਜਿਹੜੀ ਪ੍ਰਣਾਲੀ ਉਹਨੂੰ ਚੱਲਣ ਦਿਆ ਜਾਵੇ, ਉਹਨੂੰ ਕਿਉਂ ਤੋੜਨਾ। ਤੇ ਦੂਜੀ ਗੱਲ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਪੱਤਰ ਦੇ ਵਿੱਚ ਕਿ ਇਹ ਕੋਈ ਵਿਚੋਲੀਏ ਨਹੀਂ ਹੈਗੇ ਆੜ੍ਹਤੀਏ, ਇਹ ਸਰਵਿਸ ਪ੍ਰੋਵਾਈਡਰ ਨੇ, ਕਿਸਾਨਾਂ ਨੂੰ ਸਰਵਿਸ ਪ੍ਰੋਵਾਈਡ ਕਰਦੇ ਨੇ ਇਹ। ਸੋ ਇਹਨਾਂ ਦਾ ਬਹੁਤ ਵੱਡਾ ਰੋਲ ਹੈ, ਫਸਲ ਚੱਕਣ ਤੱਕ ਦਾ, ਅਦਾਇਗੀਆਂ ਤੱਕ ਦਾ, ਸਾਰਾ ਰੋਲ ਉਹਨਾਂ ਨੂੰ, ਜੋ ਚਾਹੀਦਾ ਹੁੰਦਾ ਕਿਸਾਨਾਂ ਨੂੰ ਉੱਥੇ ਮੰਡੀਆਂ ਦੇ ਵਿੱਚ, ਉਹ ਉਹਨਾਂ ਨੂੰ ਸਹੂਲਤਾਂ ਮੁਹੱਈਆ ਵੀ ਕਰਵਾਉਂਦੇ ਨੇ, ਤੇ ਇਸ ਕਰਕੇ ਸਰਵਿਸ ਪ੍ਰੋਵਾਈਡਰ ਨੇ ਜੀ। ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਜਿਹੜਾ ਆਪਸੀ ਖਿੱਚੋਤਾਣ ਪੈਦਾ ਹੋ ਰਹੀ ਹੈ, ਸਥਿਤੀ ਜਿਹੜੀ ਮਾਹੌਲ ਖਰਾਬ ਹੋ ਰਿਹਾ, ਉਹਦੇ ਬਾਰੇ ਜਾਣੂ ਕਰਾਉਣ ਵਾਸਤੇ ਪ੍ਰਧਾਨ ਮੰਤਰੀ ਤੋਂ ਸਮੇਂ ਦੀ ਵੀ ਮੰਗ ਕਰੀ ਹੈ ਕਿ ਮੁਲਾਕਾਤ ਦਾ ਸਮਾਂ ਦਿਆ ਜਾਵੇ। ਔਰ ਉਹਨਾਂ ਨੇ ਇਹੀ ਗੱਲ ਬਾਰ-ਬਾਰ ਇਹੀ ਗੱਲ ਕੀਤੀ ਹੈ ਕਿ ਜਿਹੜੇ ਦਿਸ਼ਾ ਨਿਰਦੇਸ਼ ਨੇ ਫਿਲਹਾਲ ਕੁਝ ਸਮੇਂ ਲਈ ਰੋਕੇ ਜਾਣ, ਜਦੋਂ ਤੱਕ ਸਥਿਤੀ ਜਾਂ ਕਹਿ ਲਓ ਸਥਿਰ ਨਹੀਂ ਹੋ ਜਾਂਦੀ, ਦੋਵੇਂ ਪਾਸੇ ਦੋਵਾਂ ਧਿਰਾਂ ਨੂੰ ਆਪਸ ਵਿੱਚ ਸਹਿਮਤੀ ਵਿੱਚ ਨਹੀਂ ਲਿਆ ਜਾਂਦਾ, ਤਾਂ ਏਦਾਂ ਦੀ ਇੱਕਦਮ ਇੱਕ ਪਾਸੜ ਫੈਸਲਾ ਨਾ ਕਰਿਆ ਜਾਵੇ, ਜਾਣੀ ਕਿ ਥੋਪਿਆ ਨਾ ਜਾਵੇ ਸਰਕਾਰ ਦੇ ਉੱਤੇ। ਹੁਣ ਦੇਖਣਾ ਤਾਂ ਇਹ ਪਏਗਾ ਕਿ ਮੋਦੀ ਪੰਜਾਬ ਦੀ ਗੱਲ ਸੁਣਦੇ ਆ ਜਾਂ ਨਹੀਂ ਸੁਣਦੇ। ਪਹਿਲਾਂ ਹੀ ਪੰਜਾਬ ਦੇ ਤਾਂ ਲੋਕ ਉੱਥੇ ਬੈਠੇ ਨੇ, ਮਿੰਨਤਾਂ ਕਰਦੇ ਨੇ, ਉੱਥੇ ਬੈਠ ਕੇ ਉਹਨਾਂ ਦੇ ਕਹਿ ਲਓ ਚਰਨਾਂ 'ਚ ਜਾ ਕੇ ਬੈਠੇ ਨੇ, ਅੰਦੋਲਨ ਚੱਲ ਰਿਹਾ, ਉਹ ਟਸ ਤੋਂ ਮਸ ਨਹੀਂ ਹੋ ਰਹੇ, ਸਭ ਬੱਚੇ ਪਰਿਵਾਰ ਲੈ ਕੇ ਬੈਠੇ ਨੇ। ਹੁਣ ਪੰਜਾਬ ਨੂੰ ਕਿੰਨਾ ਕੁ ਸਹਿਯੋਗ ਦਿੰਦੇ ਨੇ, ਜਾਂ ਪੰਜਾਬ ਸਰਕਾਰ ਦੀ ਕਿੰਨੀ ਕੁ ਸੁਣੀ ਜਾਂਦੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਚਿੱਠੀ ਦਾ ਕੋਈ ਅਸਰ ਹੁੰਦਾ ਜਾਂ ਨਹੀਂ ਹੁੰਦਾ। 10 ਅਪ੍ਰੈਲ ਤੋਂ ਤਾਂ ਖਰੀਦ ਸ਼ੁਰੂ ਹੋ ਰਹੀ ਹੈ, ਦੇਖਣਾ ਪਊਗਾ ਕਿ ਕਿਹੜੀ ਪ੍ਰਣਾਲੀ ਵਰਤਦੇ ਆ। ਔਰ ਸਾਰੀ ਫਸਲ ਉਹਨਾਂ ਨੇ ਇਹ ਵੀ ਨਾਲ ਮੰਗ ਕਰੀ ਹੈ ਕਿ ਸਾਰੀ ਫਸਲ ਹੈ ਜਿਹੜੀ ਉਹਦੀ ਖਰੀਦ ਕਰ ਲਈ ਜਾਵੇ, ਜੋ ਨਿਰਧਾਰਿਤ ਕੀਤੀ ਗਈ ਹੈ, ਖਰੀਦ ਤੈਅ ਕੀਤੀ ਗਈ ਹੈ, ਤੇ ਉਹਦੀ ਖਰੀਦ ਕਰਕੇ ਉਹੀ ਪੁਰਾਣੀ ਪ੍ਰਣਾਲੀ ਦੇ ਤਹਿਤ ਅਦਾਇਗੀਆਂ ਜਿਹੜੀਆਂ ਦਿੱਤੀਆਂ ਜਾਣ। ਬਿਲਕੁਲ। ਤੇ ਅਗਲੀ ਖਬਰ ਜਿਹੜੀ ਹੈ, ਉਹ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਉਹ ਕਿਤੇ ਨਾ ਕਿਤੇ ਪੰਜਾਬ ਹਿਤੈਸ਼ੀ ਜਿਹੜਾ ਉਹ ਫੈਸਲੇ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਪੰਜਾਬ ਹਿਤੈਸ਼ੀ ਹਾਂ। ਇਹਦੇ ਵਿਚਾਲੇ ਜਿਹੜੀ ਦਿੱਲੀੋਂ ਖਬਰ ਹੈ ਕਿ ਚਾਂਦਨੀ ਚੌਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਬੁੱਤ ਲਗਾਇਆ ਜਾਣਾ ਹੈ। ਜਦੋਂ ਕਿਸਾਨ ਅੰਦੋਲਨ ਦਾ ਰੌਲਾ ਰੱਪਾ ਕਾਫੀ ਪੈਂਦਾ ਸੀ, ਉਦੋਂ ਵੀ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਨੇ ਦਿੱਲੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ, ਇਤਿਹਾਸਕ ਗੁਰਦੁਆਰੇ 'ਚ ਮੱਥਾ ਟੇਕਿਆ ਸੀ। ਮੱਥਾ ਟੇਕ ਕੇ ਇੱਕ ਸੰਕੇਤ ਦੇਣ ਦੀ ਕੋਸ਼ਿਸ਼ ਹੋਈ, ਕਹਿੰਦੇ ਕਿ ਮਤਲਬ ਕਿ ਸਿੱਖ ਹਿਤੈਸ਼ੀ ਜਿਹੜੀ ਉਹ ਸਰਕਾਰ ਹੈ, ਮੋਦੀ ਸਰਕਾਰ ਹੈ। ਤੇ ਹੁਣ ਉਸ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਬੁੱਤ ਲਗਾਉਣਾ, ਪਹਿਲਾਂ ਤਾਂ ਬੁੱਤ ਨੂੰ ਲੈ ਕੇ ਵਿਵਾਦ ਹੁੰਦਾ ਕਿ ਗੁਰੂ ਸਾਹਿਬ ਦੇ ਬੁੱਤ ਦੀ ਲੋੜ ਕੀ ਹੈ, ਜਦੋਂ ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਹੈ ਚਾਂਦਨੀ ਚੌਕ ਦੇ ਵਿੱਚ, ਜਿੱਥੇ ਗੁਰੂ ਸਾਹਿਬ ਦਾ ਸੀਸ ਜਿਹੜਾ ਉਹ ਲਾਇਆ ਗਿਆ ਸੀ। ਇਹਨੂੰ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ? ਸੁਖਵਿੰਦਰ ਜੀ, ਪਹਿਲਾਂ ਤਾਂ ਦੇਖੋ, ਸਿੱਖ ਧਰਮ ਦੇ ਵਿੱਚ ਬੁੱਤ ਪ੍ਰਸਤੀ ਤਾਂ ਹੈ ਹੀ ਨਹੀਂ, ਮੂਰਤੀ ਪੂਜਾ ਹੈ ਹੀ ਨਹੀਂ। ਦੂਜੇ ਪਾਸੇ ਹੁਣ RSS ਬਾਰੇ ਵੀ ਮਤਾ ਪਾਸ ਹੋਇਆ, ਤੁਸੀਂ ਦੇਖਿਆ ਹੀ ਆ, IGPC ਵੱਲੋਂ ਜਥੇਦਾਰ ਸਾਹਿਬ ਵੀ ਹੁਣ ਬੋਲ ਰਹੇ ਹੈ ਕਿ ਸਿੱਖ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਾ ਕੀਤੀ ਜਾਵੇ। ਭਾਜਪਾ ਦੇ ਪੈਰ ਨਹੀਂ ਲੱਗ ਰਹੇ ਪੰਜਾਬ ਦੇ ਵਿੱਚ। RSS ਜਿਹੜਾ ਹੈਗਾ ਉਹਨੂੰ ਆਪਣਾ ਖਤਰਾ ਹੋ ਗਿਆ ਹੁਣ, ਵੀ ਜੇ ਏਦਾਂ ਦੇ ਸਿੱਖ ਧਰਮ ਦੇ ਜਿਹੜੇ ਆਗੂ ਨੇ, ਜੇ ਏਦਾਂ ਦੇ ਫੈਸਲੇ ਜਾਂ ਏਦਾਂ ਦੇ ਮਤੇ ਪਾਉਣ ਲੱਗੇ ਤਾਂ ਉਹਨਾਂ ਨੂੰ ਵੀ ਔਖਾ ਹੋ ਜਾਏਗਾ। ਉਹ ਵੀ ਤਰਲੋ ਮੱਛੀ ਹੋਏ ਪਏ ਨੇ।
ਗੱਲ ਤਾਂ ਇੰਨੀ ਕੁ ਹੈਗੀ ਕਿ ਇਹ ਜਿਵੇਂ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਸਿੱਖ ਜਿਹੜੇ ਹਿੰਦੂ ਹੀ ਨੇ, ਠੀਕ ਹੈ? ਤੇ ਉਹ ਇੱਕ ਇਹਨਾਂ ਨੂੰ ਆਪਣੇ 'ਚ ਰਲ-ਗੱਡ ਕਰਨ ਦੇ ਲਈ ਇੱਕ ਵੱਖਰੀ ਚਾਲ ਕਹਿ ਲਓ ਚੱਲੀ ਜਾਂਦੀ ਹੈ ਇਹ। ਮੂਰਤੀ ਪੂਜਾ ਵੱਲ ਸਿੱਧੇ ਤੌਰ ਤੇ ਇਹ ਕਹਿ ਲਓ ਵੀ ਇਹ ਤੋਰਿਆ ਜਾ ਰਿਹਾ ਕਿ ਬੁੱਤ ਲਾ ਕੇ। ਤੇ ਸਿੱਖਾਂ ਦੇ ਵਿੱਚ ਐਂ ਅਕਸ ਬਣਾਉਣ ਵਾਸਤੇ ਕਿ ਜਿਹੜੇ ਲੋਕ ਚਲੋ ਫੋਟੋਆਂ ਵਗੈਰਾ ਵੀ ਪੂਜਦੇ ਨੇ, ਕਈ ਲੋਕ ਫੋਟੋਆਂ ਨੂੰ ਧੂਫ ਦਿੰਦੇ ਨੇ, ਗੁਰੂ ਸਾਹਿਬ ਦੀਆਂ ਫੋਟੋਆਂ ਕਹਿ ਕੇ ਮੰਨਦੇ ਨੇ ਉਹਨਾਂ ਨੂੰ। ਉਹਨਾਂ ਦੇ ਵਿੱਚ ਇੱਕ ਅਕਸ ਏਦਾਂ ਦਾ ਜਾਂਦਾ ਕਿ ਉਹ ਲੋਕ ਤਾਂ ਕਦੋਂ ਚੰਗਾ ਹੀ ਸਮਝਣਗੇ ਕਿ ਠੀਕ ਹੈ, ਜੇ ਬੁੱਤ ਲੱਗ ਗਿਆ ਮਹਾਰਾਜ ਦਾ। ਕਿ ਪਹਿਲਾਂ ਵੀ ਇਹਨਾਂ ਨੇ ਇੱਕ ਪੰਜਾਬ ਦੇ ਸਿੱਖਾਂ ਨੂੰ ਆਪਣੇ ਨਾਲ ਲਾਉਣ ਦੇ ਲਈ ਰਿਣ ਅਵਤਾਰ ਯਾਤਰਾ ਸ਼ੁਰੂ ਕਰੀ ਸੀਗੀ। ਤੇ ਉਦੋਂ ਵੀ ਇਹ ਮਕਸਦ ਤਾਂ ਸਿਰਫ ਇਹੀ ਸੀਗਾ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਦੇ ਸਿੱਖਾਂ ਦੀਆਂ ਜਾਂ ਪੰਜਾਬ ਤੋਂ ਬਾਹਰ ਜਿੱਥੇ-ਜਿੱਥੇ ਸਿੱਖ ਬੈਠੇ ਨੇ ਉਹਨਾਂ ਦੀਆਂ ਵੋਟਾਂ ਜਾਂ ਉਹਨਾਂ ਨੂੰ ਉਹਨਾਂ ਦੀ ਹਮਦਰਦੀ ਲਈ ਜਾਵੇ, ਪਾਰਟੀ ਦੇ ਨਾਲ ਜੋੜਿਆ ਜਾਵੇ। ਸੋ ਇਹ ਜਿਹੜਾ ਸਾਰਾ ਕੁਛ ਹੁਣ ਚੱਲ ਰਿਹਾ, ਚਾਹੇ ਉਹ ਕਿਸਾਨ ਅੰਦੋਲਨ ਹੈ, ਚਾਹੇ ਭਾਜਪਾ ਨੂੰ ਪੰਜਾਬ ਤੋਂ ਬਾਹਰ ਕੀਤਾ ਜਾ ਰਿਹਾ, ਚਾਹੇ ਆਰਐਸਐਸ ਦਾ ਮਤਾ ਪਿਆ ਆਰਐਸਐਸ ਬਾਰੇ ਤੇ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਹੋਇਆ। ਇਹ ਸਾਰਾ ਕੁਛ ਰਲ-ਕੱਢ ਕਰਕੇ ਜੇ ਦੇਖਿਆ ਜਾਵੇ ਤਾਂ ਉਹਦਾ ਮਕਸਦ ਇਹੀ ਹੁੰਦਾ ਕਿ ਭਾਜਪਾ ਇਕੱਲੇ ਪੈਰ ਜਮਾਉਣਾ ਚਾਹੁੰਦੀ ਆ। ਭਾਜਪਾ ਚਾਹੁੰਦੀ ਹੈ ਕਿ ਸਿੱਖਾਂ ਨੂੰ ਜਿਵੇਂ ਇੱਕ ਰਾਸ਼ਟਰਵਾਦ ਦੀ ਗੱਲ ਚੱਲ ਰਹੀ ਆ, ਉਹ ਹੁਣ ਕਦੇ ਮੁਸਲਿਮ ਧਰਮ ਦਾ ਰੌਲਾ ਪੈਂਦਾ, ਕਦੇ ਈਸਾਈ ਧਰਮ ਦਾ ਰੌਲਾ ਪੈਂਦਾ। ਹੁਣ ਆਰਐਸਐਸ ਵਾਲੇ ਬੋਲ ਹੀ ਰਹੇ ਨੇ। ਲੌਂਗੋਵਾਲ ਤੇ ਵੀ ਅਟੈਕ ਕੀਤਾ ਉਹਨਾਂ ਨੇ, ਗੋਬਿੰਦ ਸਿੰਘ ਲੌਂਗੋਵਾਲ ਤੇ, ਕਿ ਉਹ ਵੀ ਤਾਂ ਇੱਕ ਈਸਾਈ ਦੇ ਪ੍ਰਾਰਥਨਾ 'ਚ ਗਏ ਸੀਗੇ ਸਾਈਆਂ ਦੀ 'ਚ, ਉੱਥੇ ਖੜੇ ਦਿਖਿਆ, ਵੀਡੀਓ ਵਾਇਰਲ ਹੋਈ ਆ। ਉਹਨੂੰ ਤਾਂ ਕੁਛ ਕਿਹਾ ਨੀ। ਆਰਐਸਐਸ ਤੇ ਤੁਸੀਂ ਗੱਲਾਂ ਕਰਦੇ ਹੋ। ਸੋ ਐਂ ਗੱਲ ਕਰਕੇ ਵੀ ਵੱਖਰਾਪਣ ਤਾਂ ਕਰਦੇ ਨੇ, ਪਰ ਸਿੱਖਾਂ ਨੂੰ ਜਿਹੜਾ ਹੈਗਾ ਸਮਝਦੇ ਕਿ ਇੱਕ ਪਾਰਟ ਹੈ, ਇਹ ਸਾਡਾ ਹੀ ਆ, ਇਹ ਸਾਡੇ ਨੇ, ਅਸੀਂ ਇਸੇ ਧਰਮ ਦਾ ਹਿੱਸਾ ਨੇ, ਇਹਦੇ ਵਿੱਚੋਂ ਨਿਕਲੇ ਨੇ। ਇੱਕ ਮਤਲਬ ਆਪਣੇ ਧਰਮ ਨੂੰ ਨਾਲ ਜੋੜਨਾ ਚਾਹੁੰਦੇ ਨੇ ਇਹ ਸਿੱਖ ਧਰਮ, ਜਦ ਕਿ ਇੱਕ ਸਿੱਖ ਦੀ ਇੱਕ ਵੱਖਰੀ ਹਸਤੀ ਹੈਗੀ ਆ, ਉਹਦੇ ਤਹਿਤ ਹੀ ਆਹ ਬੁੱਤ ਜਿਹੜਾ ਹੈਗਾ ਲਾਇਆ ਜਾ ਰਿਹਾ ਹੈ। ਉਹਦੇ ਵਿੱਚ ਇਹ ਕਹਿ ਸਕਦਾ ਕਿ ਨਰਿੰਦਰ ਮੋਦੀ ਵਗੈਰਾ ਜਾਂ ਹੋਰ ਕੋਈ ਕਹਿ ਸਕਦਾ ਵੀ ਕਿ ਸਰਕਾਰ ਦਾ ਕੋਈ ਵੱਡਾ ਨੁਮਾਇੰਦਾ ਉਹਦਾ ਉਦਘਾਟਨ ਕਰਕੇ ਬੀਜੇਪੀ ਦਾ, ਤਾਂ ਬੀਜੇਪੀ ਨੂੰ ਕੁਛ ਰਾਹਤ ਦੇਣ ਦੀ ਇੱਕ ਕੋਸ਼ਿਸ਼ ਹੈ। ਪਰ ਇਹਦੇ ਵਿੱਚ ਇਹ ਕਹਿ ਲਓ ਕਿ ਜਿਹੜਾ ਸਿੱਖ ਧਰਮ ਦੇ ਮਾਮਲੇ ਨੇ ਜਾਂ ਉਹਨਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਕੇ ਇਹ ਲੋਕ ਆਪਣੇ ਪੈਰ ਇੱਥੇ ਜਮਾਉਣਾ ਚਾਹੁੰਦੇ ਨੇ। ਪਹਿਲਾਂ ਵੀ ਦੋਸ਼ ਲੱਗਦੇ ਆਏ ਨੇ ਸੁਖਵਿੰਦਰ ਜੀ ਕਿ ਜਿਵੇਂ ਆਰਐਸਐਸ ਤੋਂ ਬਿਨਾਂ ਅਕਾਲੀ ਦਲ ਬਾਦਲ ਦਾ ਸਾਥ ਸੀਗਾ ਉਦੋਂ, ਤਾਂ ਹੁਣ ਟੁੱਟ ਗਿਆ ਚਲੋ ਸਿਆਸੀ, ਤਾਂ ਉਹਨਾਂ ਦੇ ਤਹਿਤ ਹੀ ਜਥੇਦਾਰ ਵੀ ਕਹਿੰਦੇ ਸੀ ਉਹਨਾਂ ਦੇ ਆਰਐਸਐਸ ਦੇ ਬੰਦੇ ਹੀ ਲੱਗਦੇ ਨੇ ਇੱਥੇ, ਆਰਐਸਐਸ ਦੀ ਚਿੱਠੀ ਹੁੰਦੀ ਹੈ ਤਾਂ ਹੀ ਉਹਦਾ ਨਾਮ ਹੁੰਦਾ, ਉਹ ਆਰਐਸਐਸ ਦੇ ਏਜੰਡੇ ਤੇ ਹੀ ਕੰਮ ਕਰਦੇ ਨੇ। ਸੋ ਉਹ ਸਾਰਾ ਕੁਛ ਜਿਹੜਾ ਹੈਗਾ ਕਿਤੇ ਨਾ ਕਿਤੇ ਜਦੋਂ ਹੁਣ ਅਕਾਲੀ ਦਲ ਨਾਲ ਸਾਂਝ ਟੁੱਟੀ ਹੈ, ਤਾਂ ਇਹ ਲੋਕ ਜਿਹੜੇ ਹੈਗੇ ਆਪਣਾ ਪ੍ਰਭਾਵ, ਆਪਣਾ ਬੰਦਾ ਛੱਡ ਕੇ ਲੋਕਾਂ ਦੇ ਵਿੱਚ, ਸਿੱਖ ਸੰਗਤ ਦੇ ਵਿੱਚ ਇਹ ਪੈਰ ਜਮਾਉਣਾ ਚਾਹੁੰਦੇ ਨੇ। ਮਕਸਦ ਸਿਰਫ ਇੱਕੋ ਇੱਕ ਹੈ ਕਿ ਜਿਹੜਾ ਰਾਸ਼ਟਰਵਾਦ ਹੈ ਜਾਂ ਸਿੱਖ ਧਰਮ ਜਿਹੜੀ ਨਰੋਲ ਗੱਲ ਕਰਦਾ ਹੈ, ਪਖੰਡਵਾਦ ਤੋਂ ਦੂਰ ਹੈ, ਜੋ ਇਹਨਾਂ ਦੇ ਧਰਮ ਦੇ ਅਨੁਸਾਰ ਜੋ ਮਿਥਿਹਾਸ ਹੈ ਜਿਹੜਾ ਉਹ ਤੋਂ ਵੱਖਰਾ ਹੈ ਤੇ ਵੱਖਰਾ ਚੱਲਦਾ, ਉਹਨੂੰ ਵਿੱਚ ਰਲਾਣਾ ਬਸ। ਬਿਲਕੁਲ, ਬਿਲਕੁਲ। ਇੱਧਰ ਪਾਸੇ ਇਹ ਬੁੱਤ ਲਾਉਣ ਦੀ ਤਿਆਰੀ ਕਰ ਰਹੇ ਨੇ ਤੇ ਦੂਜੇ ਪਾਸੇ ਸਿਰਸਾ ਦੇ ਵਿੱਚ ਕਹਿੰਦੇ ਕਿਸਾਨਾਂ ਨੇ ਇੱਕ ਚੌਂਕ ਦਾ ਨਾਮ ਕਿਸਾਨ ਚੌਂਕ ਰੱਖ ਦਿੱਤਾ। ਲੱਗਦਾ ਨਹੀਂ ਕਿ ਹੁਣ ਪੂਰੇ ਦੇਸ਼ ਦੇ ਵਿੱਚ ਇਹੋ ਜਿਹੇ ਚੌਂਕ ਜਿਹੜੇ ਸਥਾਪਿਤ ਹੋ ਜਾਣਗੇ ਹਰ ਪਿੰਡ ਸ਼ਹਿਰ ਦੇ ਵਿੱਚ, ਜਿਸ ਢੰਗ ਨਾਲ ਅੰਦੋਲਨ ਚੱਲ ਰਿਹਾ? ਦੇਖੋ ਸੁਖਵਿੰਦਰ, ਜਿਹੜੇ ਚਾਹੇ ਤਾਂ ਉਹ ਬੀਜੇਪੀ ਦਾ ਵਿਰੋਧ ਹੋ ਰਿਹਾ। ਹਰਿਆਣਾ ਦੇ ਵਿੱਚ ਦੇਖੋ, ਰਾਜਸਥਾਨ ਦੇ ਵਿੱਚ ਦੇਖੋ, ਹੋਰਨਾਂ ਸਟੇਟਾਂ ਦੇ ਵਿੱਚ ਦੇਖੋ, ਪਹਿਲਾਂ ਪੰਜਾਬ ਕੱਲਾ ਬਦਨਾਮ ਕਰੀ ਜਾਂਦੇ ਸੀਗੇ। ਉਹ ਵਿਰੋਧ ਦੇ ਤਹਿਤ ਬੀਜੇਪੀ ਆਗੂਆਂ ਦੇ ਉੱਤੇ ਗੁੱਸਾ ਕੱਢ ਰਹੇ ਨੇ ਲੋਕ, ਇੱਕ ਵਿਰੋਧ ਕਰਕੇ, ਹਨਾ। ਦੂਜੇ ਪਾਸੇ ਏਦਾਂ ਦੇ ਚੌਕ ਸਥਾਪਿਤ ਕਰਕੇ ਉਹ ਵੀ ਕਹਿ ਲਓ ਕਿ ਜਿਹੜੀ ਅੰਦਰ ਉਹਨਾਂ ਦੇ ਭੜਾਸ ਹੈਗੀ ਆ ਉਹ ਕੱਢ ਰਹੇ ਨੇ। ਉਹ ਦੱਸਣਾ ਚਾਹੁੰਦੇ ਨੇ ਕਿ ਸਾਡੀ ਹੋਂਦ ਹੈਗੀ ਆ, ਅਸੀਂ ਵੱਖਰੇ ਨਹੀਂ ਹੈਗੇ। ਅਸੀਂ ਜੇ ਚਾਹੀਏ ਸਰਕਾਰ ਨੂੰ, ਸਰਕਾਰ ਤੋਂ ਵੱਖਰਾ ਨਾ ਸਾਨੂੰ ਕੱਢ ਕੇ ਨਾ ਰੱਖਿਆ ਜਾਵੇ, ਕਿ ਸਰਕਾਰ ਤੋਂ ਵੱਖਰਾ ਸਮਝਿਆ ਨਾ ਜਾਵੇ ਕਿ ਸਰਕਾਰ ਬਣੀ ਹੋਈ ਹੈ ਤਾਂ ਇਹ ਕੁਛ ਨਹੀਂ ਕਰ ਸਕਦੇ ਹੁਣ। ਤਾਂ ਉਹ ਦੱਸਣਾ ਚਾਹੁੰਦੇ ਨੇ ਕਿ ਅਸੀਂ ਹਰ ਇੱਕ ਕੰਮ ਕਰ ਸਕਦੇ, ਚੌਕ ਵੀ ਸਥਾਪਿਤ ਕਰ ਸਕਦੇ ਆ। ਬੀਜੇਪੀ ਆਗੂਆਂ ਦਾ ਜਿਹੜੇ ਸਰਕਾਰ ਹੈ ਜਿਹੜੀ, ਉਹਦਾ ਘਰਾਂ 'ਚ ਵੜਨਾ ਹੀ ਬੰਦ ਕਰ ਸਕਦੇ ਆ ਲੋਕਾਂ ਦੇ, ਉਹਨਾਂ ਦੇ ਸ਼ਹਿਰਾਂ ਉਹਨਾਂ ਦਾ ਬਾਹਰ, ਆਪਣੇ ਘਰਾਂ 'ਚੋਂ ਬਾਹਰ ਨਿਕਲਣਾ ਬੰਦ ਕਰ ਸਕਦੇ ਆ, ਔਰ ਸਰਕਾਰ ਵੀ ਬਦਲ ਸਕਦੇ ਆ। ਇਹ ਕਾਨੂੰਨ ਤੁਸੀਂ ਬਦਲ ਦਿਓ, ਤੁਹਾਡੇ ਹੱਥ 'ਚ ਇੱਕ ਗੱਲ ਹੈ। ਸਰਕਾਰ ਨੂੰ ਮਤਲਬ ਇੱਕ ਸਿੱਧੀ ਚੇਤਾਵਨੀ ਹੈ ਕਿ ਤੁਹਾਡੇ ਹੱਥ 'ਚ ਇੱਕੋ ਇੱਕ ਗੱਲ ਹੈ ਕਿ 3 ਕਾਨੂੰਨ ਰੱਦ ਕਰ ਦਿਓ, ਵਾਪਸ ਲੈ ਲਓ, ਬਾਕੀ ਸਾਰਾ ਕੁਛ ਲੋਕਾਂ ਦੇ ਹੱਥ ਆ। ਉਹ ਕੁਛ ਵੀ ਕਰਦੇ, ਜਿਹੜੀ ਸਿੱਧੀ ਚੇਤਾਵਨੀ ਹੈ ਨਾ, ਜਿਹੜਾ ਹੁਣ ਵੀ ਹਾਂ ਚੌਕ ਬਣਾਤਾ ਸੀ, ਕਿਸਾਨ ਚੌਕ ਬਣਾਤਾ, ਤਾਂ ਇਹਨੂੰ ਜਿਹੜਾ ਨੁਕਸਾਨ ਪਹੁੰਚਾਊਗਾ ਉਹਨੂੰ ਕਿਹਾ ਗਿਆ, ਉਹਨੂੰ ਭੁਗਤਣਾ ਵੀ ਪਊਗਾ ਫਿਰ। ਤੇ ਹੁਣ ਇਹ ਰੀਤ ਚੱਲ ਗਈ ਆ, ਹੁਣ ਸਿਰਸਾ ਤੋਂ ਸ਼ੁਰੂ ਹੋਈ ਆ, ਪਹਿਲਾਂ ਪੰਜਾਬ ਤੋਂ ਅੰਦੋਲਨ ਸ਼ੁਰੂ ਹੋਇਆ ਸੀ, ਹੁਣ ਏਦਾਂ ਦੀ ਗੱਲ ਹਰਿਆਣਾ ਤੋਂ ਸ਼ੁਰੂ ਹੋਣ ਲੱਗੀ, ਇਕੱਠ ਸ਼ੁਰੂ ਹੋਣ ਲੱਗੇ, ਹੈਲੀਕਾਪਟਰ ਨੇ ਉਤਰਦੇ ਰਹੇ ਸੀਐਮ ਦੇ, ਠੀਕ ਹੈ। ਤੇ ਉਹ ਚੀਜ਼ ਹੁਣ ਫੈਲਦੀ ਸਟੇਟਾਂ 'ਚ ਜਾਏਗੀ।
ਰੋਸ ਤਾਂ ਪ੍ਰਗਟ ਕਰਨਾ ਹੀ ਹੈ ਸੁਖਵਿੰਦਰ ਜੀ। ਕਿਸਾਨਾਂ ਨੇ ਕਿਤੇ ਨਾ ਕਿਤੇ ਤਾਂ ਦੱਸਣਾ ਹੀ ਹੈ। ਜੇ ਚੁੱਪ ਕਰਕੇ ਬੈਠ ਰਹੇ ਨੇ, ਸ਼ਾਂਤੀਪੂਰਵਕ ਗੱਲ ਕਰ ਰਹੇ ਨੇ, ਤਾਂ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ। ਤਾਂ ਹੁਣ ਆਪਣੀਆਂ ਸਟੇਟਾਂ ਦੇ ਵਿੱਚੋਂ ਹੀ ਸ਼ੁਰੂ ਕਰ ਦੇਣਾ ਉਹਨਾਂ ਨੇ ਕੰਮ। ਉੱਥੋਂ ਹੀ ਦੇਖਣਾ ਪੈਣਾ ਹੁਣ ਉਹ ਕਿੱਦਾਂ ਲਾਅ ਐਂਡ ਆਰਡਰ ਸਥਾਪਿਤ ਕਰਦੇ ਨੇ ਜਿਹੜੇ ਸੀਐਮ ਬਣ ਕੇ ਬੈਠੇ ਨੇ, ਜਾਂ ਇਹ ਸੱਚੀ ਮੁੱਚੀ ਸ਼ਾਂਤੀ ਭੰਗ ਕਰਦੇ ਨੇ। ਹੁਣ ਇਹਨਾਂ ਕੰਮਾਂ ਦੇ ਵਿੱਚ ਕੋਈ ਸ਼ਾਂਤੀ ਤਾਂ ਭੰਗ ਹੁੰਦੀ ਨਹੀਂ। ਜੇ ਕੋਈ ਕਹੇ ਕਿ ਚੌਕ ਬਣਾਤਾ ਸ਼ਾਂਤੀ ਭੰਗ ਹੋ ਗਈ, ਕਾਨੂੰਨ ਵਿਵਸਥਾ ਨੂੰ ਠੇਸ ਪਹੁੰਚ ਗਈ ਜਾਂ ਉਲੰਘਣਾ ਹੋ ਗਈ ਕਾਨੂੰਨ ਦੀ, ਇਹ 'ਚ ਕਿਹੜੀ ਉਲੰਘਣਾ ਹੈਗੀ ਹੈ? ਚੌਕ ਸਰਕਾਰ ਵੀ ਤਾਂ ਬਣਾਉਂਦੀ ਆ। ਜੇ ਅੱਜ ਕਿਸਾਨਾਂ ਨੇ ਨਾ ਰੱਖਤਾ ਤਾਂ ਬੁਰਾ ਕੀ ਹੋ ਗਿਆ? ਤੇ ਹੁਣ ਇੱਕ ਸਿੰਬਲ ਹੋ ਗਿਆ, ਇਹ ਚਿੰਨ੍ਹ ਦੇਣ ਲੱਗ ਗਏ ਲੋਕ। ਉੱਥੋਂ ਲੰਘਦਾ ਵੜਦਾ ਹਰ ਇੱਕ ਬੰਦਾ ਦੇਖੇਗਾ ਵੀ ਇਹ ਕਿਸਾਨ ਚੌਕ ਹੈ। ਇੱਕ ਐ ਕਹਿ ਲਓ ਕਿ ਮੀਲ ਪੱਥਰ ਸਥਾਪਿਤ ਹੋ ਗਿਆ। ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉੱਥੋਂ ਲੰਘੇਗਾ, ਪੁੱਛੇਗਾ, ਨੌਜਵਾਨ ਪੀੜ੍ਹੀ, ਬੱਚੇ ਨੇ ਵੱਡੇ ਹੋਣਗੇ, ਪੁੱਛਣਗੇ ਕਿ ਇਹ ਕਿਉਂ ਸਥਾਪਿਤ ਹੋਇਆ ਸੀ, ਤਾਂ ਇਸ ਅੰਦੋਲਨ ਦੀ ਗੱਲ ਹੋਇਆ ਕਰੇਗੀ। ਇਸ ਪ੍ਰਧਾਨ ਮੰਤਰੀ ਦਾ ਨਾਮ ਵੱਜਿਆ ਕਰੇਗਾ ਕਿ ਇਹਨੇ ਇੰਨੇ ਦਿਨ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਬੀਬੀਆਂ ਨੂੰ ਉੱਥੇ ਤੰਗ ਪਰੇਸ਼ਾਨ ਕੀਤਾ। ਦਿੱਲੀ ਠੰਡ 'ਚ, ਗਰਮੀ ਦੇ ਵਿੱਚ ਬੈਠੇ ਰਹੇ, ਪਰ ਇਹਨੇ ਬੰਦੇ ਨੇ ਆਹ ਤਿੰਨ ਕਾਨੂੰਨ ਲਾਗੂ ਕੀਤੇ ਸੀ ਤੇ ਕਿਸਾਨੀ ਨੂੰ ਮਾਰਨ ਦੀ ਨੀਅਤ ਨਾਲ ਕੀਤੇ ਸੀ ਲਾਗੂ। ਉਹਦੇ ਵਿੱਚ ਸੰਘਰਸ਼ ਦੇ ਚੱਲਦੇ ਇਹ ਚੌਕ ਸਥਾਪਿਤ ਹੋਇਆ ਸੀ। ਤਾਂ ਇਤਿਹਾਸ ਬਣ ਗਿਆ ਕਿਤੇ। ਤੇ ਪਰਮਿੰਦਰ ਜੀ, ਇਸ ਮਸਲੇ ਨੂੰ ਕਿੱਦਾਂ ਦੇਖਦੇ ਹੋ ਕਿ ਅਕਾਲੀ ਦਲ ਜਾਂ ਹੋਰ ਪਾਰਟੀਆਂ ਜਿਹੜੀਆਂ ਉਹ ਲਗਾਤਾਰ ਕਿਸਾਨਾਂ ਦੇ ਮਸਲੇ ਉੱਤੇ, ਕਿਸਾਨਾਂ ਦੇ ਮੁੱਦਿਆਂ ਨੂੰ ਅੱਗੇ ਰੱਖ ਕੇ ਕੋਈ ਮਹਾਂ ਪੰਚਾਇਤਾਂ ਲਾ ਲਓ ਕਿ ਕਿਸਾਨ ਪੰਚਾਇਤ ਨਾਮ ਤੇ ਕਰ ਰਿਹਾ, ਕੋਈ ਪੰਜਾਬ ਦੇ ਵਿੱਚ ਵੋਟਾਂ ਦੇ ਮਸਲੇ ਉੱਤੇ ਰਾਜਨੀਤੀ ਕਰ ਰਿਹਾ ਕਿ 2022 ਤੋਂ ਪਹਿਲਾਂ ਜਿਵੇਂ ਅਕਾਲੀ ਦਲ ਲਗਾਤਾਰ 5ਵੀਂ ਰੈਲੀ ਕਹਿੰਦੇ ਕਰਨ ਜਾ ਰਿਹਾ ਤੇ ਉਮੀਦਵਾਰਾਂ ਦਾ ਐਲਾਨ ਵੀ ਹੋ ਰਿਹਾ। ਉੱਧਰ ਹਰਿਆਣੇ ਦੇ ਵਿੱਚ ਅਰਵਿੰਦ ਕੇਜਰੀਵਾਲ, ਇੱਧਰੋਂ ਕਹਿੰਦੇ ਬੀਜੇਪੀ ਵੀ ਤਿਆਰ ਹੈ ਪੰਜਾਬ ਦੇ ਵਿੱਚ ਕੋਈ ਵੱਡੀ ਰੈਲੀ ਕਰਨ ਲਈ, ਸ਼ਕਤੀ ਪ੍ਰਦਰਸ਼ਨੀ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ? ਪਹਿਲਾਂ ਤਾਂ ਸੁਖਵਿੰਦਰ ਜੀ, ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਸੀ ਨਾ, ਜਦੋਂ ਮਤਲਬ ਚੱਲ ਹੀ ਰਿਹਾ ਕਹਿ ਲਓ, ਤਾਂ ਸੀ ਤਾਂ ਪੁਰਾਣੀ ਗੱਲ ਹੋ ਜੂਗੀ। ਹੁਣ ਹਾਲੇ ਤਾਂ ਪਤਾ ਨਹੀਂ ਕਦੋਂ ਤੱਕ ਚੱਲਣਾ, ਕਿਹੜੇ ਸੰਨ ਤੱਕ ਜਾਣਾ। ਤੇ ਇਹ ਜਿੱਥੇ ਤੱਕ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ, ਹਰਿਆਣੇ ਦੀ ਇੱਕ ਪਾਸੇ ਗੱਲ ਕਰੀਏ, ਹਰਿਆਣੇ ਦਾ ਚਲੋ ਠੀਕ ਹੈ, ਉਹਨੂੰ ਕਰਦੇ ਨੇ, ਰੈਲੀਆਂ ਕਰੀ ਜਾਣ, ਜੋ ਵੀ ਹੈ। ਸਭ ਤੋਂ ਵੱਡਾ ਘਾਟਾ ਜੇ ਲਾਸ ਤਾਂ ਹੈ ਜੋ ਪੰਜਾਬ ਦਾ ਹੈ। ਪੰਜਾਬ ਨੂੰ ਇਹ 3 ਕਾਨੂੰਨ ਜਿਹੜੇ ਹੈਗੇ ਸੱਚੀ ਮੁੱਚੀ ਮਾਰ ਦੇਣਗੇ, ਕਿਉਂਕਿ ਪੰਜਾਬ ਦਾ ਮੁੱਖ ਧੰਦਾ ਹੀ ਖੇਤੀਬਾੜੀ ਆ। ਤੋ ਪੰਜਾਬ ਦੇ ਜਦੋਂ ਲੋਕ ਸਰਹੱਦ ਤੇ ਬੈਠੇ ਨੇ ਦਿੱਲੀ ਜਾ ਕੇ, ਉੱਥੇ ਉਦੋਂ ਸੰਘਰਸ਼ ਕਰ ਰਹੇ ਨੇ। ਜਦੋਂ ਉਹਨਾਂ ਦੀਆਂ ਫਸਲਾਂ ਰੁੜਨ ਦਾ ਸਮਾਂ ਆ, ਫਸਲਾਂ ਨੂੰ ਸਾਂਭਣ ਦੀ ਬਜਾਏ ਉੱਥੇ ਬੈਠੇ ਨੇ, ਫਸਲਾਂ ਰੁੜ ਰਹੀਆਂ ਨੇ, ਦੇਖ ਰਹੇ ਨੇ ਉਹ ਆਪਣੀਆਂ ਫਸਲਾਂ ਰੁੜਦੀਆਂ। ਬੱਚਿਆਂ ਦੀ ਪੜ੍ਹਾਈ, ਪੇਪਰ ਚੱਲ ਰਹੇ ਨੇ, ਰਿਜ਼ਲਟ ਆ ਗਏ, ਨਵੀਆਂ ਐਡਮਿਸ਼ਨਾਂ ਹੋਣੀਆਂ ਨੇ, ਬਜ਼ੁਰਗ ਨੇ, ਬਿਮਾਰ ਨੇ, ਪਹਿਲਾਂ ਜਾਂ ਉਸ ਤੋਂ ਪਹਿਲਾਂ ਸਮਾਂ ਦੇਖਿਆ ਖੁਦਕੁਸ਼ੀਆਂ ਦਾ ਦੌਰ ਗੁਜ਼ਰ ਰਿਹਾ ਸੀਗਾ, ਕਰਜ਼ੇ ਦੀ ਮਾਰ ਬੜੀ ਝੱਲ ਰਹੇ ਸੀਗੇ। ਉਦੋਂ ਪੰਜਾਬ ਦੇ ਲੋਕ ਉੱਥੇ ਬੈਠੇ ਸੰਘਰਸ਼ ਕਰ ਰਹੇ ਨੇ, ਤਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਪਹਿਲਾਂ ਕਹਿ ਲਓ ਇੱਕ ਅਖਲਾਕੀ ਫਰਜ਼ ਬਣ ਜਾਂਦਾ ਸੀਗਾ ਕਿ ਏਦਾਂ ਦੇ ਆਪਣੇ ਪ੍ਰੋਫੈਸ਼ਨ ਨੂੰ, ਪ੍ਰੋਫੈਸ਼ਨ ਹੀ ਰਹਿ ਗਿਆ ਹੁਣ ਤਾਂ। ਰਾਜਨੀਤੀ, ਸਿਆਸਤ ਜਿਹੜੀ ਹੈਗੀ ਆ, ਉਹਨੂੰ ਲਾਂਭੇ ਕਰਕੇ ਇਹ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ। ਇਹਨਾਂ ਨੂੰ ਤਾਂ ਆਪਣੀ ਪਈ ਆ ਕਿ ਸਾਡੀ ਜਿਹੜੀ 2022 ਆ ਗਈ, ਕਿਤੇ ਸਾਡੀ ਕੁਰਸੀ ਨਾ ਉਹ ਹਿੱਲ ਜੇ, ਕਿਤੇ ਸਾਡੀ ਕੁਰਸੀ ਨਾ ਸਾਡੇ ਤੋਂ ਖੁੱਸ ਜੇ। ਤੇ ਉਹ ਚੀਜ਼ਾਂ ਇਹ ਸਿਰਫ ਉਹਦੇ ਤੇ ਲੱਗੇ ਹੋਏ ਨੇ। ਇਹਨਾਂ ਨੂੰ ਕੋਈ ਫਿਕਰ ਨਹੀਂ ਪੰਜਾਬ ਦੇ ਲੋਕਾਂ ਦਾ। ਤੋ ਇਹ ਚੀਜ਼ ਲੋਕਾਂ ਨੂੰ ਸਮਝਣੀ ਚਾਹੀਦੀ ਹੈ। ਇਹ ਰੈਲੀਆਂ ਹੁਣ ਕਿਉਂ ਕਰ ਰਹੇ ਨੇ? ਰੈਲੀ ਹੋਣੀ ਚਾਹੀਦੀ ਸੀਗੀ ਕਿਸਾਨੀ ਅੰਦੋਲਨ ਦੇ ਹੱਕ 'ਚ, ਰੈਲੀ ਹੋਣੀ ਚਾਹੀਦੀ ਸੀ ਨਰਿੰਦਰ ਮੋਦੀ ਦੇ ਖਿਲਾਫ, ਰੈਲੀ ਹੋਣੀ ਚਾਹੀਦੀ ਸੀ ਬੀਜੇਪੀ ਦੇ ਖਿਲਾਫ, ਜਿਹੜੇ ਉਰੇ ਗੱਲਾਂ ਕਰਦੇ ਨੇ ਆ ਕੇ। ਇਹ ਜਦੋਂ ਇੱਥੇ ਆ ਕੇ ਪੰਜਾਬ ਦੇ ਲੋਕ ਬੀਜੇਪੀ ਦੇ ਆਗੂਆਂ ਦਾ ਵਿਰੋਧ ਕਰਦੇ ਨੇ, ਉਹਨਾਂ ਤੇ ਪਰਚੇ ਦਿੰਦੇ ਆ, ਇਹ ਸਰਕਾਰ ਪਰਚੇ ਦਿੰਦੀ ਹੈ, ਪੰਜਾਬ ਸਰਕਾਰ ਹੋਵੇ, ਸੈਂਟਰ ਤੋਂ ਆਰਡਰ ਆਉਂਦੇ ਆ, ਤਾਂ ਉਹਦੇ ਖਿਲਾਫ ਹੋਣੀ ਚਾਹੀਦੀ ਸੀ ਰੈਲੀ ਤਾਂ, ਕਿ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਪੰਜਾਬ ਦੇ ਲੋਕਾਂ ਦੇ ਲਈ ਅਸੀਂ ਖੜੇ ਹਾਂ ਹਰ ਵਕਤ। ਇਹ ਪੰਜਾਬ ਦੇ ਲੋਕਾਂ ਦੇ ਨਾਲ ਖੜਦੇ, ਜਾ ਕੇ ਸੜਕਾਂ ਤੇ ਬੈਠਦੇ, ਉੱਥੇ ਜਾ ਕੇ ਦਿੱਲੀ ਜਾ ਕੇ ਨਾਅਰੇਬਾਜ਼ੀ ਕਰਦੇ, ਉੱਥੇ ਬੈਠਦੇ ਜਾ ਕੇ। ਇਹ ਆਪਣੀ ਬਸ ਇਹਨਾਂ ਨੂੰ ਆਪਣੀ ਪਈ ਹੈ ਕਿ ਸਾਡੀ ਸਿਆਸਤ ਨਾ ਖੁੱਸ ਜੇ, ਸਾਡਾ ਕਬਜ਼ਾ ਨਾ ਕਿਤੇ ਰਹਿ ਜਾਵੇ। ਹੁਣ ਸਾਡੇ ਕੋਲ ਸਮਾਂ ਹੈ। ਇਹ ਆਪਣੀ ਤੂਤੀ ਬੋਲ ਰਹੀ ਹੈ, ਇਹਨਾਂ ਦੀ ਆਪਣੀ ਤੂਤੀ ਵਜਾਉਂਦੇ ਫਿਰਦੇ ਨੇ ਇਹ। ਤੇ ਇਹ ਲੋਕਾਂ ਨੂੰ ਬਜਾਏ ਇਹਦੇ ਕਿ ਲੋਕਾਂ ਨੂੰ ਉੱਧਰ ਭੇਜਦੇ, ਦਿੱਲੀ ਦੇ ਵਿੱਚ ਅੰਦੋਲਨ ਦੇ ਵਿੱਚ ਸਹਾਈ ਹੁੰਦੇ, ਸਿੱਧ ਹੁੰਦੇ, ਯੋਗਦਾਨ ਪਾਉਂਦੇ ਆਪਣਾ। ਇਹ ਆਪਣੀਆਂ ਰੈਲੀਆਂ ਦੇ ਵਿੱਚ ਇਕੱਠੇ ਕਰਕੇ ਅੰਦੋਲਨ ਦਾ ਐਂ ਕਹ ਲਓ ਵੀ ਇਕੱਠ ਵੀ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆਪਸ ਵਿੱਚ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸੁਖਵਿੰਦਰ ਜੀ, ਇਹ ਸਿਰਫ ਤੇ ਸਿਰਫ ਚੋਣਾਂ ਨੂੰ ਮੱਦੇਨਜ਼ਰ ਨੇ। ਲੋਕਾਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਕਿ ਇਹਨਾਂ ਨੇ ਤੁਹਾਡਾ ਕੁਛ ਨਹੀਂ ਸਵਾਰਨਾ। ਤੁਹਾਡੇ ਬੱਚੇ ਭੁੱਖੇ ਮਰ ਰਹੇ ਨੇ ਉੱਥੇ, ਉਹ ਟਰਾਲੀਆਂ ਦੇ ਉੱਤੇ ਟੈਂਟ ਪਾ ਕੇ ਤੁਸੀਂ ਗਰਮੀ ਵਿੱਚ ਸੜਨ ਲਈ, ਭੁੱਜਣ ਲਈ ਬੈਠੇ ਹੋ, ਉੱਥੇ ਤਿਆਰ ਬੈਠੇ ਹੋ। ਇਹ ਲੋਕ ਇੱਥੇ ਏਸੀ ਕਾਰਾਂ ਚੋਂ ਨਿਕਲਦੇ ਨੇ ਤੇ ਰੈਲੀਆਂ ਦੇ ਵਿੱਚ ਜੁਟੇ ਹੋਏ ਨੇ। ਇਹਨਾਂ ਨੇ ਤੁਹਾਡਾ ਕੁਛ ਨਹੀਂ ਸਵਾਰਨਾ। ਆਉਣ ਵਾਲਾ ਸਮਾਂ ਤੁਹਾਡੇ ਹੱਥ 'ਚ ਹੈ।
ਤੁਸੀਂ ਜਿਵੇਂ ਹੁਣ ਭਾਜੜਾਂ ਪਾਈਆਂ ਹੋਈਆਂ ਨੇ ਇਹਨਾਂ ਨੂੰ, ਪੋਲੀਟੀਸ਼ੀਅਨਾਂ ਨੂੰ, ਇਹ ਵੋਟਾਂ ਵੇਲੇ ਵੀ ਜੇ ਕਿਤੇ ਏਦਾਂ ਦਾ ਫੈਸਲਾ ਲੈ ਲਓ, ਲੋਕ ਲੈ ਲੈਣ, ਤਾਂ ਪੰਜਾਬ ਦੀ ਜਿਹੜੀ ਭਵਿੱਖ ਹੈ ਜਿਹੜਾ ਉਹ ਸੰਵਰ ਜਾਏਗਾ, ਪੰਜਾਬ ਦਾ ਭਵਿੱਖ ਹੋਰ ਹੋ ਜਾਏਗਾ, ਬਦਲਾਅ ਆ ਜਾਏਗਾ, ਕੋਈ ਸਿਸਟਮ ਚੇਂਜ ਹੋ ਜਾਏਗਾ। ਜੀ, ਆਖਰੀ ਖਬਰ ਹੈ ਕਿ ਪੀਪੀ ਕਿੱਟਾਂ ਨੂੰ ਲੈ ਕੇ ਜਿਹੜੀਆਂ ਕਹਿੰਦੇ ਕੋਰੋਨਾ ਵਾਇਰਸ ਕਰਕੇ ਇੱਕ ਪਾਸੇ ਤਾਂ ਪੂਰਾ ਖਤਰਾ ਜਿਹੜਾ ਪੰਜਾਬ ਦੇ ਵਿੱਚ ਰੋਜ਼ ਆਪਾਂ ਖਬਰਾਂ ਸੁਣਦੇ ਹਾਂ, ਤੇ ਦੂਜੇ ਪਾਸੇ ਵਿਭਾਗ ਦੀਆਂ ਲਾਪਰਵਾਹੀਆਂ ਮੰਨੀਏ ਕਿ ਪੀਪੀ ਕਿੱਟਾਂ ਜਾਂਚ ਵਿੱਚ ਸੈਂਪਲ ਉਹਦੇ ਫੇਲ ਹੋ ਜਾਂਦੇ ਨੇ, ਇਹਨੂੰ ਕਿੱਦਾਂ ਦੇਖਦੇ ਹੋ? ਡਾਕਟਰ ਤਾਂ ਪਹਿਲਾਂ ਹੀ ਹਤਾਸ਼ ਨੇ ਸਿਹਤ ਵਿਭਾਗ ਦੇ ਕਾਰਨਾਮਿਆਂ ਤੋਂ। ਉਹਦੇ ਵਿੱਚ ਇੱਕ ਇਹ ਹੈ, ਇਹ ਨਾ ਮਾਮਲਾ ਜਿਹੜਾ ਹੈਗਾ ਜਦੋਂ ਕਰੋਨਾ ਪੀਕ ਤੇ ਸੀਗਾ ਪੰਜਾਬ ਦੇ ਵਿੱਚ, ਉਦੋਂ ਇਹ ਮਾਮਲਾ ਸੀਗਾ, ਪਿਛਲੇ ਸਾਲ ਦੀ ਗੱਲ ਕਰਦਾ ਮੈਂ, ਸ੍ਰੀ ਗੁਰੂ ਨਾਨਕ ਦੇਵ ਹਸਪੀਟਲ ਅਤੇ ਕਾਲਜ ਦਾ ਸੀਗਾ ਮਾਮਲਾ। ਉੱਥੋਂ ਦੇ ਡਾਕਟਰਾਂ ਨੇ ਜਿਹੜੀਆਂ ਉਹਨਾਂ ਨੂੰ ਕਿੱਟਾਂ ਪ੍ਰੋਵਾਈਡ ਕਰਵਾਈਆਂ ਸੀਗੀਆਂ, ਪੀਪੀ ਕਿੱਟਾਂ, ਉਹਦੇ ਤੇ ਉਹਨਾਂ ਨੇ ਸਵਾਲ ਖੜੇ ਕੀਤੇ ਸੀਗੇ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਜਿਹੜੀਆਂ ਪੀਪੀ ਕਿੱਟਾਂ ਨੇ ਇਹ ਘਟੀਆ ਮਿਆਰ ਦੀਆਂ ਨੇ। ਕਈ ਡਾਕਟਰ ਉਹਨਾਂ ਨੂੰ ਜਦੋਂ ਪਾਉਣ ਲੱਗੇ ਤਾਂ ਉਹ ਜਿਹੜੀਆਂ ਉਹ ਫਟ ਗਈਆਂ ਸੀਗੀਆਂ, ਤੇ ਉਹਦੇ ਤੇ ਸ਼ੱਕ ਕੀਤਾ ਡਾਕਟਰਾਂ ਨੇ, ਉਹਨਾਂ ਨੂੰ ਪਾਉਣ ਤੋਂ ਇਨਕਾਰ ਕਰਤਾ ਸੀਗਾ। ਉਹਦੇ ਵਿੱਚ ਐ ਕਹਿ ਲਓ ਕਿ ਫਿਰ ਉਹਨਾਂ ਨੇ ਗੁਰਜੀਤ ਔਜਲਾ ਦੇ MP ਫੰਡ ਦੇ ਵਿੱਚੋਂ ਇਹ ਕਿੱਟਾਂ ਖਰੀਦੀਆਂ ਗਈਆਂ ਸੀਗੀਆਂ। 43 ਲੱਖ 2,000 ਦੇ ਕਰੀਬ ਕਿੱਟਾਂ ਖਰੀਦੀਆਂ ਗਈਆਂ ਸੀਗੀਆਂ। ਤੇ ਉਹ ਜਦੋਂ ਕਿੱਟਾਂ ਦਾ ਮਸਲਾ ਇਹ ਉੱਠਿਆ, ਮਾਮਲਾ ਉੱਠਿਆ, ਤਾਂ ਘਟੀਆ ਮਿਆਰ ਦੀਆਂ ਦਾ ਇਲਜ਼ਾਮ ਲੱਗਿਆ, ਤੇ 2 ਡਾਕਟਰ ਔਰ 2 ਜਿਹੜੇ ਹੋਰ ਮੁਲਾਜ਼ਮ ਸੀਗੇ, ਸਿਹਤ ਕਰਮੀ ਸੀਗੇ, ਉਹ ਕਰੋਨਾ ਪੋਜ਼ਿਟਿਵ ਹੋ ਗਏ ਸੀਗੇ। ਉਸ ਤੋਂ ਬਾਅਦ OP ਸੋਨੀ ਨੇ, ਜਿਹੜਾ ਮੈਡੀਕਲ ਸਿੱਖਿਆ ਦੇ ਮੰਤਰੀ ਨੇ, ਉਹਨਾਂ ਨੇ ਇਹ ਜਾਂਚ ਦਿੱਤੀ ਸੀਗੀ ਕਿ ਜਾਂਚ ਕੀਤੀ ਜਾਵੇ। ਹੁਣ ਜਿਹੜੀ ਜਾਂਚ ਹੋਈ ਆ ਉਹ DRDO ਜਿਹੜਾ ਸੰਗਠਨ ਹੈਗਾ ਉਹਨੇ ਕੀਤੀ ਆ। ਉਹਦੇ ਵਿੱਚ ਇਹ ਕਿੱਟਾਂ ਜਿਹੜੀਆਂ ਨੇ ਇਹ ਆਪਾਂ ਕਹਿ ਲਓ ਕਿ ਨਿਯਮਾਂ ਦੇ ਮੁਤਾਬਕ ਨਹੀਂ ਹੈਗੀਆਂ, ਇਹ ਆਪਣੀ ਜਾਂਚ ਦੇ ਵਿੱਚ ਫੇਲ ਹੋ ਗਈਆਂ ਨੇ। ਹੁਣ ਉਹ ਮਾਮਲਾ ਜਿਹੜਾ ਬਹੁਤ ਵੱਡਾ ਹੈ, ਹੁਣ ਅੱਜ ਕਰੋਨਾ ਫੈਲ ਰਿਹਾ ਹੈ, ਉਹ PPE ਕਿੱਟਾਂ ਦੇਖੋ ਤੁਸੀਂ ਕਿੰਨੀਆਂ ਖਰੀਦੀਆਂ ਗਈਆਂ, ਉਹਨਾਂ ਦਾ ਪੈਸਾ ਵੀ ਦਿੱਤਾ ਜਾ ਚੁੱਕਿਆ ਸੀਗਾ, ਤੇ ਉਹ ਸਾਰੀਆਂ ਫੇਲ ਹੋ ਗਈਆਂ ਇੱਕ ਤਰ੍ਹਾਂ ਨਾਲ। ਕਿੱਡਾ ਵੱਡਾ ਘਪਲਾ ਜਿਹੜਾ ਹੈਗਾ, ਇਹ ਡਾਕਟਰਾਂ ਦਾ ਕਹਿਣਾ ਕਿ ਬਹੁਤ ਵੱਡਾ ਘਪਲਾ ਜਿਹੜਾ ਉਹ ਸਾਹਮਣੇ ਆ ਰਿਹਾ। 800 ਰੁਪਏ ਦੇ ਕਰੀਬ ਕਿੱਟ ਹੈ ਘਟੀਆ ਮਿਆਰ ਦੀ, ਜਿਹਨੂੰ 2200 ਰੁਪਏ ਦੇ ਕਹਿ ਲਓ ਕਿ ਇਵਜ਼ ਵਜੋਂ 2200 ਰੁਪਏ ਦਾ ਮੁੱਲ ਤਾਰ ਕੇ ਖਰੀਦਿਆ ਗਿਆ। 43 ਲੱਖ 2,000 ਕਿੱਟਾਂ ਖਰੀਦੀਆਂ ਗਈਆਂ। ਉਦੋਂ ਫਿਰ ਕਹਿੰਦੇ ਪੰਜਾਬ ਸਰਕਾਰ ਨੇ ਵੀ ਇਹਦੀ ਜਾਂਚ ਜਿਹੜੀ ਹੈਗੀ ਉਹ ਦਿੱਤੀ ਸੀਗੀ। ਉਦੋਂ ਇਹ ਡਿਵੈਲਪਮੈਂਟ ਅਥਾਰਟੀ ਹੈ ਅੰਮ੍ਰਿਤਸਰ ਦੀ, ਉਹਦੇ ਪ੍ਰਸ਼ਾਸਕ ਸੀਗੇ ਡਾਕਟਰ ਪੱਲਵੀ ਚੌਧਰੀ, ਉਹਨਾਂ ਨੂੰ ਸੌਂਪੀ ਗਈ ਸੀ ਇਹ। ਮਈ 2020 ਦੇ ਵਿੱਚ ਡਾਕਟਰ ਪੱਲਵੀ ਜੋਸ਼ੀ ਨੇ 2 ਵਾਰ ਹਸਪਤਾਲ ਜਾ ਕੇ ਵੀ ਜਾਂਚ ਕੀਤੀ, ਤੇ 20 ਦੇ ਕਰੀਬ ਡਾਕਟਰਾਂ ਨੂੰ ਆਪਣੇ ਦਫ਼ਤਰ ਸੱਦ ਕੇ ਵੀ ਜਾਂਚ ਕੀਤੀ, ਆਪਣੀ ਰਿਪੋਰਟ ਵੀ ਭੇਜਤੀ, ਲੇਕਿਨ ਹੋਇਆ ਕੁਛ ਨਹੀਂ। ਹੁਣ ਗੁਰਜੀਤ ਸਿੰਘ ਔਜਲਾ ਜਿਹੜੇ ਉਹ ਵੀ ਗੱਲ ਕਰ ਰਹੇ ਨੇ ਕਿ ਮੇਰੇ ਫੰਡ ਦੀ ਦੁਰਵਰਤੋਂ ਹੋਈ ਆ। ਜਿਹੜਾ ਉਸ ਟਾਈਮ ਡਾਕਟਰ ਸੀਗਾ, ਇੱਕ ਤਤਕਾਲੀ ਪ੍ਰੋਫੈਸਰ ਹੈ ਜਿਹਦਾ ਤਬਾਦਲਾ ਕਰ ਦਿਆ ਗਿਆ ਸੀਗਾ, ਉਹਦਾ ਨਾਂ ਸੀ ਡਾਕਟਰ ਸ਼ਿਵਚਰਨ, ਜਿਹਨੇ ਮਾਮਲਾ ਉਠਾਇਆ ਸੀਗਾ ਇਹ, ਤੇ ਉਹ ਇਹ ਮਾਮਲਾ ਉਠਾਇਆ ਸੀ, ਉਹਨੂੰ ਬਦਲ ਦਿੱਤਾ ਗਿਆ ਸੀਗਾ। ਹੁਣ ਇਹ ਘਪਲਾ ਜਿਹੜਾ ਹੈਗਾ ਉਹ ਸਾਹਮਣੇ ਆ ਗਿਆ। ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀ ਜਾਨ ਨਾਲ, ਵੈਸੇ ਤਾਂ ਉਦਾਂ ਕਰੋਨਾ ਕਹਿ ਕੇ ਰੌਲਾ ਪਾਇਆ ਜਾ ਰਿਹਾ, ਪਰ ਨਾ ਤਾਂ ਉਹਨਾਂ ਦੀ ਜਾਂਚ ਹੋਈ, ਨਾ ਹੀ ਉਹ ਮਿਆਰੀ ਕਿੱਟਾਂ ਸੀਗੀਆਂ, ਕਿੱਥੋਂ ਆਈਆਂ, ਕਿਹਨੇ ਏਦਾਂ ਦੀਆਂ ਕਿੱਟਾਂ ਖਰੀਦੀਆਂ, ਕਿਹਨੇ ਪਰਮਿਸ਼ਨ ਦਿੱਤੀ, ਸਰਕਾਰ ਦੀ ਕੀ ਜ਼ਿੰਮੇਵਾਰੀ ਬਣਦੀ ਸੀ, ਕਿਹੜਾ ਡਿਪਾਰਟਮੈਂਟ ਜ਼ਿੰਮੇਵਾਰ ਸੀ, ਕੌਣ ਬੰਦੇ ਸੀ ਇਹ, ਬਿਨਾਂ ਜਾਂਚ ਤੋਂ ਡਾਕਟਰਾਂ ਨੂੰ ਕਿਵੇਂ ਦੇਤੀਆਂ। ਜੇ ਉਹਨਾਂ ਨੇ ਵਿਚਾਰਿਆਂ ਨੇ ਰੌਲਾ ਪਾਇਆ, ਡਾਕਟਰਸ ਨੇ, ਕਿ ਅਸੀਂ ਨਹੀਂ ਪਾਵਾਂਗੇ, ਤਾਂ ਉਹਨਾਂ ਤੇ ਹੀ ਕਾਰਵਾਈਆਂ ਸ਼ੁਰੂ ਕਰਤੀਆਂ। ਕਿਸੇ ਦਾ ਤਬਾਦਲਾ ਕਰਤਾ, ਕਿਸੇ ਨੂੰ ਲਾਂਭੇ ਕਰਤਾ, ਕਿਸੇ ਨੂੰ ਚੁੱਪ ਕਰਾਉਣ ਲਈ ਧਮਕਾਇਆ ਵੀ ਗਿਆ ਹੋਊਗਾ। ਹੁਣ ਦੇਖਣਾ ਬਣਦਾ ਕਿ ਐਡਾ ਸੰਗੀਨ ਮਾਮਲਾ, ਗੰਭੀਰ ਹੈਗਾ, ਜਿਹੜਾ ਲੋਕਾਂ ਦੀ ਜਾਨ ਦਾ ਖੌਫ ਬਣਦਾ ਸੀਗਾ। ਈਵਨ ਕਿ ਡਾਕਟਰ ਜਿਹੜੇ ਲੋਕਾਂ ਦੀ ਜਾਨ ਬਚਾਉਂਦੇ ਨੇ, ਉਹਨਾਂ ਦੀ ਜਾਨ ਲੈਣ ਦਾ ਕਹਿ ਲਓ ਕਿ ਕਾਰਨ ਬਣਦਾ ਸੀਗਾ। ਉਹਦੇ ਤੇ ਕੀ ਕਾਰਵਾਈ ਹੁੰਦੀ ਆ, ਆਉਣ ਵਾਲਾ ਸਮਾਂ ਦੱਸੇਗਾ ਜੀ। ਜੀ, ਸ਼ੁਕਰੀਆ, ਧੰਨਵਾਦ। ਸੋ ਖਬਰਾਂ ਟੌਪਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੇ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।